ਗੁਰਕੀਰਤ, ਅੱਜ ਤੁਹਾਡਾ ਸਕੂਲ ਵਿੱਚ ਦਿਨ ਕਿਵੇਂ ਰਿਹਾ? ਦੀਦੀ ਜੀ, ਅੱਜ ਸਾਡੇ ਸਕੂਲ ਵਿੱਚ ਸਾਡੀ ਮੈਡਮ ਕਲਾਸ ਤੋਂ ਬਾਹਰ ਗਏ ਤਾਂ ਬੱਚਿਆਂ ਨੇ ਕਾਪੀਆਂ ਵਿੱਚੋਂ ਪੇਜ ਪਾੜ ਕੇ ਜਹਾਜ਼ ਬਣਾ ਕੇ ਉਡਾਏ। ਗੁਰਕੀਰਤ, ਸਾਨੂੰ ਕਿਤਾਬਾਂ ਨਾਲ ਖੇਡਣਾ ਨਹੀਂ ਚਾਹੀਦਾ, ਬਲਕਿ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਤੁਹਾਨੂੰ ਕਿਤਾਬਾਂ ਬਾਰੇ ਇੱਕ ਕਹਾਣੀ ਸੁਣਾਉਂਦੀ ਹਾਂ। ਕਮਲ ਨੇ ਸਕੂਲੋਂ ਆਉਂਦੇ ਹੀ ਆਪਣਾ ਬਸਤਾ ਜ਼ੋਰ ਨਾਲ ਇੱਕ ਪਾਸੇ ਸੁੱਟਿਆ। ਫਿਰ ਉਹ ਖੇਡਣ ਲਈ ਬਾਹਰ ਜਾਣ ਲੱਗਾ ਤਦ ਉਸਦੀ ਮਾਂ ਨੇ ਉਸਨੂੰ ਟੋਕਿਆ, ਕਮਲ, ਪਹਿਲਾਂ ਸਕੂਲ ਦਾ ਕੰਮ ਕਰ ਲੈ, ਫਿਰ ਖੇਡਣ ਚਲੇ ਜਾਣਾ। ਮਾਂ ਦੀ ਝਿੜਕ ਸੁਣ ਕੇ ਕਮਲ ਨੇ ਅੱਧੇ ਮਨ ਨਾਲ ਬਸਤਾ ਖੋਲ੍ਹਿਆ। ਬਸਤਾ ਖੋਲ੍ਹਣ ਸਾਰ ਉਸ ਦੀਆਂ ਕਾਪੀਆਂ, ਕਿਤਾਬਾਂ ਤੇ ਪੈਨਸਿਲਾਂ ਨਿਕਲ ਕੇ ਦੂਰ ਭੱਜਣ ਲੱਗ ਪਈਆਂ ਅਤੇ ਇੱਧਰ ਉੱਧਰ ਕੋਨਿਆਂ ਵਿੱਚ ਲੁਕ ਗਈਆਂ। ਕਮਲ ਬੋਲਿਆ, ਇਹ ਕੀ ਹੋ ਰਿਹਾ ਹੈ? ਤੁਸੀਂ ਸਾਰੇ ਇੱਧਰ ਉੱਧਰ ਕਿਉਂ ਦੌੜ ਰਹੇ ਹੋ? ਜਲਦੀ ਨਾਲ ਮੇਰੇ ਕੋਲ ਆਓ, ਮੈਂ ਸਕੂਲ ਦਾ ਕੰਮ ਕਰਨਾ ਹੈ। ਨਹੀਂ ਨਹੀਂ, ਅਸੀਂ ਨਹੀਂ ਆਉਣਾ, ਕਾਪੀਆਂ ਬੋਲੀਆਂ। ਅਸੀਂ ਵੀ ਨਹੀਂ ਆਉਣਾ, ਪੈਨਸਲਾਂ ਬੋਲੀਆਂ। ਜਲਦੀ ਆਓ, ਮੈਂ ਆਪਣਾ ਪਾਠ ਯਾਦ ਕਰਨਾ ਹੈ। ਇਸ ਵਾਰ ਕਮਲ ਨੇ ਗੁੱਸੇ ਵਿੱਚ ਕਿਹਾ। ਉਸਨੇ ਆਪਣੀ ਗੱਲ ਦਾ ਕਿਸੇ ਪਾਸਿਓਂ ਕੋਈ ਜਵਾਬ ਨਹੀਂ ਮਿਲਿਆ। ਉਹ ਚੁੱਪਚਾਪ ਉੱਠਿਆ ਅਤੇ ਲਲਿਤ ਦੇ ਘਰ ਖੇਡਣ ਚਲਾ ਗਿਆ। ਲਲਿਤ ਦੇ ਕਮਰੇ ਕੋਲ ਪੁੱਜ ਕੇ ਉਹ ਹੈਰਾਨ ਰਹਿ ਗਿਆ। ਅੰਦਰੋਂ ਕਿਸੇ ਦੇ ਗਾਉਣ ਦੀ ਸੁਰੀਲੀ ਆਵਾਜ਼ ਆ ਰਹੀ ਸੀ। ਕਮਲ ਨੇ ਕਮਰੇ ਦੇ ਅੰਦਰ ਵੇਖਿਆ ਤਾਂ ਹੈਰਾਨ ਰਹਿ ਗਿਆ। ਲਲਿਤ ਆਪਣੀ ਕੁਰਸੀ ਉੱਤੇ ਬੈਠਾ ਸੀ ਅਤੇ ਸੁੰਦਰ ਚਮਕੀਲੀ ਜਿਲਦ ਵਾਲੀ ਪੁਸਤਕ ਗਾ ਕੇ ਉਸਨੂੰ ਪਾਠ ਯਾਦ ਕਰਵਾ ਰਹੀ ਸੀ। ਪਾਠ ਯਾਦ ਕਰਕੇ ਲਲਿਤ ਨੇ ਹੌਲੀ ਜਿਹੀ ਪੁਸਤਕ ਨੂੰ ਬਸਤੇ ਵਿੱਚ ਰੱਖ ਦਿੱਤਾ। ਤਦੇ ਪੁਸਤਕ ਬੋਲੀ, ਪਿਆਰੇ ਲਲਿਤ, ਤੂੰ ਕਿੰਨੇ ਪਿਆਰ ਨਾਲ ਮੈਨੂੰ ਸੰਭਾਲ ਕੇ ਰੱਖਦਾ ਹੈ। ਮੇਰੇ ਸਰੀਰ ਤੇ ਜ਼ਰਾ ਵੀ ਝਰੀਟ ਨਹੀਂ ਪੈਣ ਦਿੰਦਾ। ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਉਸ ਵੇਲੇ ਨੇੜੇ ਹੀ ਪਈ ਕਾਪੀ ਬੋਲੀ, ਲਲਿਤ, ਹੁਣ ਤੂੰ ਮੇਰੇ ਉੱਪਰ ਜਲਦੀ ਸੁੰਦਰ ਲਿਖਾਈ ਲਿਖ ਦੇ। ਮੈਂ ਹਰ ਸਮੇਂ ਤੇਰੀ ਮੋਤੀਆਂ ਵਰਗੀ ਲਿਖਾਈ ਲਈ ਤਰਸਦੀ ਰਹਿੰਦੀ ਹਾਂ। ਤੂੰ ਕਿੰਨੇ ਪਿਆਰ ਨਾਲ ਮੇਰੇ ਉੱਤੇ ਇੱਕ ਇੱਕ ਅੱਖਰ ਉਕੇਰਦਾ ਹੈ। ਤੂੰ ਨਾ ਤਾਂ ਮੈਨੂੰ ਤੋੜਦਾ ਮਰੋੜਦਾ ਹੈ ਅਤੇ ਨਾ ਹੀ ਪਾੜਨ ਦੀ ਕੋਸ਼ਿਸ਼ ਕਰਦਾ ਹੈ। ਇਹਨਾਂ ਕਹਿ ਕੇ ਉਸਨੇ ਅੱਗੇ ਵੱਧ ਕੇ ਲਲਿਤ ਦਾ ਮੂੰਹ ਚੁੰਮ ਲਿਆ। ਨਜ਼ਦੀਕ ਹੀ ਪਈ ਪੈਨਸਿਲ ਨੇ ਕਿਹਾ, ਸਿਆਣੇ ਲਲਿਤ, ਮੈਂ ਵੀ ਲਿਖਣ ਲਈ ਤਿਆਰ ਹਾਂ। ਸੱਚ ਪੁੱਛੇ ਤਾਂ ਤੇਰੀ ਸਹੀ ਸੰਭਾਲ ਕਰਕੇ ਹੀ ਮੈਂ ਸੁੰਦਰ ਸਾਫ਼ ਲਿਖ ਸਕਦੀ ਹਾਂ। ਕਈ ਬੱਚੇ ਤਾਂ ਮੈਨੂੰ ਮੂੰਹ ਵਿੱਚ ਪਾ ਕੇ ਮੇਰੀ ਜਾਨ ਹੀ ਕੱਢ ਦਿੰਦੇ ਹਨ। ਇਹ ਸੁਣ ਲਲਿਤ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਪੈਨਸਿਲ ਨੂੰ ਇੰਨਾ ਦੁਖੀ ਦੇਖ ਕੇ ਲਲਿਤ ਬੋਲਿਆ ਕਿ ਉਹ ਦੂਜਿਆਂ ਬੱਚਿਆਂ ਵਾਂਗ ਉਸ ਨਾਲ ਬੁਰਾ ਵਰਤਾਓ ਨਹੀਂ ਕਰੇਗਾ। ਇਸ ਤੋਂ ਮਗਰੋਂ ਉਸ ਨੇ ਜਲਦੀ ਹੀ ਆਪਣੀ ਸੁੰਦਰ ਲਿਖਾਈ ਪੂਰੀ ਕਰ ਲਈ ਅਤੇ ਉੱਠ ਕੇ ਖੜਾ ਹੋ ਗਿਆ। ਫਿਰ ਉਸ ਦੀਆਂ ਕਾਪੀਆਂ, ਕਿਤਾਬਾਂ ਅਤੇ ਪੈਨਸਿਲਾਂ ਉਸ ਦੇ ਚਾਰੇ ਪਾਸੇ ਨੱਚਣ ਲੱਗੀਆਂ। ਉਹਨਾਂ ਨੂੰ ਲਲਿਤ ਬਹੁਤ ਪਿਆਰਾ ਲੱਗ ਰਿਹਾ ਸੀ। ਬਾਹਰ ਖੜਾ ਕਮਲ ਕਾਫੀ ਸਮੇਂ ਤੋਂ ਹੀ ਨਜ਼ਾਰਾ ਵੇਖ ਰਿਹਾ ਸੀ। ਹੁਣ ਉਹ ਸਮਝ ਚੁੱਕਾ ਸੀ ਕਿ ਉਸ ਦੀਆਂ ਕਾਪੀਆਂ ਅਤੇ ਕਿਤਾਬਾਂ ਉਸ ਦਾ ਸਾਥ ਕਿਉਂ ਨਹੀਂ ਦਿੰਦੀਆਂ। ਉਸ ਦੇ ਕਮਰੇ ਵਿੱਚੋਂ ਲਲਿਤ ਦੇ ਕਮਰੇ ਵਰਗੀਆਂ ਸੁਰੀਲੀਆਂ ਧੁਨਾਂ ਨਾ ਪੈਦਾ ਹੋ ਕੇ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਕਿਉਂ ਆਉਂਦੀਆਂ ਹਨ। ਉਸ ਦਾ ਮਨ ਪੜ੍ਹਾਈ ਵਿੱਚ ਕਿਉਂ ਨਹੀਂ ਲੱਗਦਾ। ਇਸ ਤੋਂ ਪਹਿਲਾਂ ਕਿ ਲਲਿਤ ਉੱਠ ਕੇ ਕਮਰੇ ਵਿੱਚੋਂ ਬਾਹਰ ਨਿਕਲਦਾ, ਕਮਲ ਆਪਣੇ ਘਰ ਵੱਲ ਚੱਲ ਪਿਆ। ਹੁਣ ਸ਼ਾਮ ਹੋ ਗਈ ਸੀ। ਕਮਰੇ ਵਿੱਚ ਪੁੱਜ ਕੇ ਕਮਲ ਨੇ ਬਿਜਲੀ ਜਗਾਈ ਤਾਂ ਦੇਖਿਆ ਕਿ ਉਸ ਦੀਆਂ ਕਾਪੀਆਂ, ਕਿਤਾਬਾਂ, ਪੈਨਸਿਲਾਂ ਥੱਕੀਆਂ ਹਾਰੀਆਂ ਉਸ ਦੇ ਬਸਤੇ ਵਿੱਚ ਵਾਪਸ ਆ ਗਈਆਂ ਸਨ। ਉਹਨਾਂ ਨੂੰ ਸੁਸਤ ਤੇ ਨਿਰਾਸ਼ ਵੇਖ ਕੇ ਉਸ ਦੀਆਂ ਅੱਖਾਂ ਭਰ ਆਈਆਂ। ਕਾਪੀਆਂ ਦੇ ਪਾਟੇ ਕਿਨਾਰਿਆਂ ਨੂੰ ਪਲੋਸਦੇ ਹੋਏ ਕਮਲ ਬੋਲਿਆ, ਹੁਣ ਮੈਂ ਲਲਿਤ ਵਾਂਗ ਤੁਹਾਡੀ ਸਾਰਿਆਂ ਦੀ ਦੇਖ ਰੇਖ ਕਰਾਂਗਾ। ਕਦੇ ਵੀ ਤੁਹਾਨੂੰ ਦੁੱਖ ਨਹੀਂ ਪਹੁੰਚਾਵਾਂਗਾ। ਮੈਂ ਤੁਹਾਡੇ ਸਾਰਿਆਂ ਦਾ ਗੁਨਾਹਗਾਰ ਹਾਂ। ਮੈਨੂੰ ਮਾਫ਼ ਕਰ ਦਿਓ। ਕਮਲ, ਜੇਕਰ ਹੁਣ ਵੀ ਤੂੰ ਸਾਨੂੰ ਅਤੇ ਆਪਣੀ ਪੜ੍ਹਾਈ ਨੂੰ ਬੋਝ ਸਮਝ ਕੇ ਸਾਡੀ ਸੰਭਾਲ ਨਾ ਕਰੇਗਾ ਤਾਂ ਅਸੀਂ ਵੀ ਤੇਰੇ ਤੋਂ ਦੂਰ ਭੱਜਾਂਗੇ। ਪਰ ਜੇ ਤੂੰ ਸਾਨੂੰ ਪਿਆਰ ਕਰੇਗਾ ਤਾਂ ਅਸੀਂ ਵੀ ਤੇਰਾ ਸਾਥ ਨਿਭਾਵਾਂਗੇ। ਤੂੰ ਵੀ ਲਲਿਤ ਵਾਂਗ ਆਪਣੀ ਕਲਾਸ ਵਿੱਚ ਪਹਿਲੇ ਨੰਬਰ ਉੱਤੇ ਆ ਸਕਦਾ ਹੈ। ਕਿਤਾਬਾਂ, ਕਾਪੀਆਂ ਤੇ ਪੈਨਸਿਲਾਂ ਨੇ ਇਕੱਠੇ ਕਿਹਾ। ਕਮਲ ਕੁਝ ਸਮਾਂ ਸ਼ਾਂਤ ਬੈਠ ਰਿਹਾ। ਫਿਰ ਹੌਲੀ ਜਿਹੀ ਬੋਲਿਆ, ਮੇਰੀ ਪੁਸਤਕੋਂ, ਹੁਣ ਮੈਂ ਪੜ੍ਹਾਈ ਦੇ ਨਾਲ ਨਾਲ ਤੁਹਾਡੀ ਗੱਲ ਵੀ ਸਮਝ ਚੁੱਕਾ ਹਾਂ। ਤੁਹਾਡੇ ਤੋਂ ਬਿਨਾਂ ਤਾਂ ਮੈਂ ਪੜ੍ਹਾਈ ਕਰ ਹੀ ਨਹੀਂ ਸਕਦਾ। ਇਸ ਲਈ ਆਪਣੀ ਪੜ੍ਹਾਈ ਦੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਤਾਂ ਮੇਰਾ ਫਰਜ਼ ਹੈ।
ਕਮਲ ਦੇ ਇਸ ਤਰ੍ਹਾਂ ਕਹਿਣ ਤੇ ਕਿਤਾਬਾਂ, ਕਾਪੀਆਂ ਅਤੇ ਪੈਨਸਿਲਾਂ ਬੱਲੇ-ਬੱਲੇ ਕਹਿੰਦੀਆਂ ਹੋਈਆਂ ਉਸ ਦੇ ਚਾਰੇ ਪਾਸੇ ਨੱਚਣ ਲੱਗ ਪਈਆਂ। ਦੀਦੀ ਜੀ, ਮੈਨੂੰ ਇਸ ਕਹਾਣੀ ਤੋਂ ਸਿੱਖਿਆ ਮਿਲੀ ਹੈ ਕਿ ਸਾਨੂੰ ਆਪਣੀ ਕਿਤਾਬਾਂ ਅਤੇ ਸਾਰੇ ਸਮਾਨ ਦੀ ਸੰਭਾਲ ਕਰਨੀ ਚਾਹੀਦੀ ਹੈ। ਜੇਕਰ ਅਸੀਂ ਆਪਣੇ ਸਮਾਨ ਦੀ ਇੱਜ਼ਤ ਕਰਾਂਗੇ ਤਾਂ ਕਿਤਾਬਾਂ ਅਤੇ ਸਮਾਨ ਵੀ ਸਾਨੂੰ ਸਨਮਾਨ ਦਿਵਾਉਂਦੇ ਹੈ, ਸਾਡੀ ਇੱਜ਼ਤ ਕਰਦਾ ਹੈ। ਇਸ ਲਈ ਸਾਨੂੰ ਹਰੇਕ ਚੀਜ਼ ਦੀ ਸੰਭਾਲ ਕਰਨੀ ਚਾਹੀਦੀ ਹੈ।